वेलकम बैक करते हैं अपने यूट्यूब चैनल पर। सब दोस्तों उम्मीद करते हैं सब दोस्त खैरियत से होंगे, फिटफाट होंगे। दोस्तों आज हम जिस सदर बाजार में बैठे हुए हैं, सब कबूतरबाज भाई बैठे हुए हैं, उस्तादा कराम बैठे हुए हैं। मैं क्या चले बैठे हुए हैं, वीडियो बनाते हैं और सब उस्तादा कराम से अपनी राय भी लेते हैं। आजकल कबूतरबाजी में दोस्तों बड़ी गर्मा गर्मी चल रही है और ख़ास तौर पर जी फेक वीडियो ज़्यादा चल रही है कि जो कि हकीकती बयान से हटके हैं, तो हर बंदे को परेशान किया हुआ है। तो लिहाजा हमारी यही है, जितने भी हमारे यूट्यूबर भाई हैं जो वीडियो बनाते हैं, उनसे गुजारिश है कि यार इस थोड़ी सी बात को इतना ज़्यादा ना किया करें, क्योंकि अगर किसी चीज़ का पता नहीं है तो नजायज़ वीडियोस बना के बताने का कोई फ़ायदा नहीं है। तो बाकी हमारे साथ सौदा कराम उस्ताद जिला जी, इसके साथ मलक समान साहब, ये भाई अपने काट कर दे भाई, उस्ताद बिल्लू TNT वाले, उस्ताद नदीम, कासम भाई और अजमल भाई, और इसके साथ जी कैमरा मैन कर रहे हैं अली जट साहब कर रहे हैं। तो बाकी जी हम अभी उस्ताद जी के साथ बातचीत कर रहे थे कबूतरबाजी के मुतल्लक। तो उस्ताद जी ने अभी 2-3 बातें बताई हैं बड़ी अच्छी, तो मैंने कहा चले दोस्तों के साथ शेयर करते हैं, क्योंकि उस्ताद जी का बैठना उठना आज बड़े उस्ताद कबूतरबाजों में है और इनके पास जो खबर होगी ना वो जेन्युइन होगी, और हम जो करते हैं हम सुनी सुनाई बातें करते हैं। तो इसलिए मैंने कहा चले वीडियो बना के आवाम के लिए तो थोड़ा सा टिप दे दें इस कबूतरबाजी। बाकी उस्ताद मोहतरम जी, अस्सलाम वालेकुम उस्ताद जी। वालेकुम सलाम जनाब। उस्ताद जी जरा थोड़ी जी नज़रसानी करो कबूतरबाजी। नज़रसानी है ये कि किसी भी बंदे को सदर च नोटिस किसी को नहीं आया, तो ऐलान मस्जिदां जरूर होए ने, लेकिन ਉਹਦਾ प्रॉपर ना कंटोनमेंट बोर्ड ने ਉਹਦਾ ਦੱਸਿਆ ਤੇ ना किसी होर ने ਦੱਸਿਆ। ਹੁਣ ਦਫਾ 44 ਜਿਹੜੀ ਹੈ, ਅਸੀਂ ਕਬੂਤਰਬਾਜ਼ ਸਭ ਭਾਈ ਜਿਹੜੇ ਨੇ ਬੜੇ ਸ਼ਰੀਫ ਆਦਮੀ ਨੇ, ਇਹਨਾਂ ਦੀ ਦਫਾ 44 ਕਾਹਦੀ ਗਾਣੀ ਹੈ ਜੀ। ਇਹ ਦਫਾ 44 ਦੀ ਸਾਡੇ ਤੇ ਲਾਗੀ ਨਹੀਂ ਸਕਦੀ, ਕਿਉਂਕਿ ਅਸੀਂ ਤੇ ਇਸ ਤਰ੍ਹਾਂ ਦੇ ਕੰਮ ਹੀ ਨਹੀਂ ਕਰਦੇ ਜਿਹਦੇ ਦਫਾ 44 ਆਏ। ਕੀ ਸਮਝਦੇ, ਸ਼ੌਕ ਹੈ ਸਾਡਾ, ਅਸੀਂ ਤੇ ਇਹਨੂੰ ਪ੍ਰੋਪਰ ਤਰੀਕੇ ਨਾਲ ਕੱਪ ਉਡਾਉਂਦੇ ਹਾਂ, ਟੂਰਨਾਮੈਂਟ ਉਡਾਉਂਦੇ ਹਾਂ, ਇਹਨੂੰ ਇੰਜੋਏ ਕਰਦੇ ਹਾਂ ਜੀ। ਔਰ ਉਸ ਤੋਂ ਇਲਾਵਾ ਇਹ ਖਬਰ ਜਿਹੜੀ ਸੀ ਸੁਣਿਆ ਸਰਗੋਧ 에ਅਰਵੇਜ਼ ਦੇ ਉੱਤੇ ਕਿਸੇ ਨੇ ਨੋਟਿਸ ਦਿੱਤਾ, ਕਿਉਂਕਿ ਉੱਥੇ ਸਾਡੇ ਫਲਾਈ ਜਹਾਜ਼ ਉੱਡਦੇ ਨੇ ਪਾਕਿਸਤਾਨ ਦੇ, ਉਹਦੇ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਉਹਦੇ ਵਾਸਤੇ ਉਹਨਾਂ ਨੇ ਉਸ ਇਲਾਕੇ ਦੇ ਵਿੱਚ ਕਿਹਾ ਸੀ, ਉਹਦਾ ਕਿਸੇ ਨੂੰ ਹੱਥ ਚੜਿਆ ਤੇ ਉਹਨਾਂ ਨੇ ਪੂਰੇ ਮੁਲਕ ਦੇ ਵਿੱਚ ਇਹੋ ਜਿਹੀ ਖਬਰ ਚੱਲ ਗਈ ਹੈ ਕਿ ਉਹ ਤੁਹਾਨੂੰ ਪਤਾ ਫਿਰ ਕਬੂਤਰਬਾਜ਼ ਇਸ ਗੱਲ ਨੂੰ ਅੱਗੇ ਤੋਂ ਅੱਗੇ ਚੱਲਦੇ ਨੇ। ਲੇਕਿਨ ਅਜੇ ਤੱਕ ਕਿਸੇ ਕੋਲ ਨੋਟਿਸ ਐਸਾ ਕੋਈ ਨਹੀਂ ਆਇਆ ਜਿਹਦੇ ਮੁਤਲਕ ਆਇਆ ਹੋਵੇ ਕਿ ਜੀ ਤੁਸੀਂ ਜਾਲ ਲਾ ਦਿਓ, ਇਸ ਤਰ੍ਹਾਂ ਕਰ ਲਓ, ਉਸ ਤਰ੍ਹਾਂ ਕਰ ਲਓ। ਮਸਜਿਦਾਂ ਚਲਾਉਣ ਜ਼ਰੂਰ ਹੋਏ ਸਾਜੇ ਜਿਹੜੇ ਮਸਜਿਦਾਂ ਚਲਾਨ ਹੋਏ ਨੇ, ਇਹ ਕਿੰਨੇ ਕਰਾਏ ਨੇ ਇਹ ਪਤਾ ਨਹੀਂ। ਨੋਟਿਸ ਤੇ ਨੋਟਿਸ ਤੇ ਇਹ ਚੱਲ ਰਹੀ ਹੈ, ਇਹ ਜਿਹੜੇ ਮਸਜਿਦਾਂ ਚ ਐਲਾਨ ਹੋਏ ਨੇ ਨਾ, ਇਹ ਕੰਟੋਨਮੈਂਟ ਬੋਰਡ ਦੀ ਤਰਫੋਂ ਹੋਏ ਨੇ ਐਲਾਨ। ਲੇਕਿਨ ਸਾਜੀ ਹੁਣ ਉਹ ਉਸਤਾਦ ਹੋਰੀ ਕਹਿ ਰਹੇ ਨੇ, ਉਹ ਨਹੀਂ ਮੈਂ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਜੈਦੀ ਭਾਈ ਗਏ ਨੇ ਉੱਥੇ ਕੰਟੋਨਮੈਂਟ ਬੋਰਡ ਦੇ ਗਏ ਨੇ, ਉੱਥੇ ਕੋਈ ਨੋਟੀਫਿਕੇਸ਼ਨ ਕਿਸੇ ਕਿਸਮ ਦਾ ਨੋਟੀਫਿਕੇਸ਼ਨ ਦਾ ਕੋਈ ਚੱਕਰ ਨਹੀਂਗਾ। ਨਹੀਂ ਉਹ ਕਹਿੰਦੇ ਨੇ ਭੱਠੇ ਚੌਂਕ ਵਾਲੀ ਸਾਈਡ ਦੇ ਉੱਤੇ ਹੈ ਸੀ, ਜਿਹੜਾ ਨਜ਼ਦੀਕ ਲੱਗਦਾ ਹੈ 에ਅਰਪੋਰਟ ਨਜ਼ਦੀਕ ਲੱਗਦਾ ਹੈ ਉਹਦੇ ਜਾਨ। ਪਤਾ ਕੀ ਗੱਲ ਹੈ, ਮੈਂ ਉਸ ਮੀਟਿੰਗ 'ਚ ਖੁਦ ਬੈਠਾ ਸੀ ਜਿਹੜੀ ਬੋਰਡ ਵਾਲਿਆਂ ਨਾਲ ਹੋਈ ਸੀ। ਮੈਂ ਵੀ ਹੈਗਾ ਸੀ, ਬਸ਼ਾਨੀ ਖਾਨ ਵੀ ਹੈਗਾ ਸੀ, ਰਾਣਾ ਕਪੂਰ ਸਾਹਿਬ ਹੈਗੇ ਸੀ, ਹਾਜੀ ਕਿਆ ਨਾਮ ਹੈ ਹਾਜੀ ਇਕਬਾਲ ਸਾਹਿਬ ਹੈਗੇ ਸੀ। ਉੱਥੇ ਮੀਟਿੰਗ ਹੋਈ ਸੀ, ਉਹਨਾਂ ਨੇ ਕਿਹਾ ਸੀ ਕਿ ਯਾਰ ਜਾਲ ਸ਼ਾਲ ਜਿਹੜੇ ਨਾ ਇਹ ਉਤਾਰੇ ਜਾਣ। ਬੋਰਡ 'ਚ ਨੋਟਿਸ ਜਿਹੜਾ ਹੈਗਾ ਨਾ, ਜਿਹੜਾ ਬੋਰਡ 'ਚ ਨੋਟਿਸ ਹੈਗਾ ਨਾ, ਉਹ ਕਿਸ ਵਜ੍ਹਾ ਤੋਂ ਹੈਗਾ ਨੇ ਕਿ ਨੋਟੀਫਿਕੇਸ਼ਨ ਕਿਸੇ ਨੇ ਜਾਰੀ ਨਹੀਂ ਕੀਤਾ। ਇਹ ਜਿਹੜਾ ਸਿਸਟਮ ਕਾਰ ਹੈ ਨਾ, ਇਹ ਸਾਡੇ ਜਿਹੜੇ ਆਪਣੇ ਕਬੂਤਰਬਾਜ਼ ਭਰਾ ਨੇ ਇਹਨਾਂ ਨੇ ਸਿਸਟਮ ਚਲਾਇਆ ਸਾਡਾ। ਇਹੋ ਜਿਹੀ ਗੱਲ ਕਰ ਹੈ ਜੀ, ਸਮਝ ਆਈ। ਅਗਰ ਨੋਟਿਸ ਹੁੰਦਾ ਨਾ ਤੇ ਅਸੀਂ ਏਕਾ ਕਰਕੇ ਕਰ ਦਿੰਦੇ ਕਿ ਜੋ ਤਰੀਕਾਕਾਰ ਹੈ ਸੀ ਉਹ ਸਾਡੇ ਕੋਲ ਤਰੀਕਾਕਾਰ ਹੀ ਨਹੀਂ ਸੀ। ਅਸੀਂ ਵੇਖੋ ਵੇਖੀ ਇੱਕ ਦੂਜੇ ਨੂੰ ਜੁਆਇਆ। ਹਾਂਜੀ ਗੱਲ ਹਾਂਜੀ। ਹੁਣ ਵੀ ਇੱਕ ਬੰਦੇ ਦੀ ਮੈਂ ਵੀਡੀਓ ਵੇਖਣਾ ਪਿਆ ਸੀ, ਉਹ ਵੀ 13 ਕਿਲੋਮੀਟਰ, ਤੇ ਪਾਰਟੀ ਕਿਹਦੀ ਨਿਕਲੀ, ਕਿਹੜੀ ਪਾਰਟੀ ਦਾ ਬੰਦਾ ਹੈ, ਉਹ ਜੋ ਸਹੀ ਰਾਣਾ ਸਾਹਿਬ ਦੀ ਪਾਰਟੀ ਦਾ ਬੰਦਾ ਹੈ, ਉਹਨੇ ਵੀ ਲਾਈ 13 ਕਿਲੋਮੀਟਰ ਦੀ। 8 ਕਿਲੋਮੀਟਰ ਦਾ ਉਹ ਯਾਰ ਮੈਂ ਹੁਣੇ ਵੇਖੀ ਹੈ, ਮੈਂ ਜਿਹੜੀ ਪਾਬੰਦੀ ਕਹਿ ਰਹੇ ਨੇ, ਪਾਬੰਦੀ ਯਾਰ ਵੇਖੋ ਕੋਈ ਨਹੀਂ ਲੱਗੀ, ਦਫਾ 44 ਕੋਈ ਨਹੀਂ ਲੱਗੀ। ਠੀਕ ਹੈ, ਅਸੀਂ ਲਾਈ, ਯਾਨੀ ਕਿ ਇੱਕ ਦੂਜੇ ਨੂੰ ਅਸੀਂ ਕਹਿ ਕੋ ਆ ਕੇ ਕਰ ਰਹੇ ਹਾਂ, ਇੱਕ ਦੂਜੇ ਨੂੰ ਕਹਿ ਕੋ ਆ ਕੇ ਕਰ ਰਹੇ ਨੇ ਕਿ ਦਫਾ 44 ਕਿਸੇ ਨੇ ਲਾਈ। ਕਿਸੇ ਕਿਸਮ ਦਾ ਕੋਈ ਮਸਲਾ ਨਹੀਂਗਾ, ਕੋਈ ਦਫਾ 44 ਲਗਾ ਨੋਟੀਫਿਕੇਸ਼ਨ ਚਲਾ ਵਾਲੀ 44 ਲੱਗਣੀ ਬੰਦਾ ਉਸਤਾਦ ਜੀ। ਫਿਰ ਯਾਨੀ ਕਿ ਇਹ ਤੇ ਉਹ ਹੋ ਗਿਆ, ਚਲੋ ਸਰ ਇਹ ਧਿਆਨ ਰੱਖਣਾ ਹੈ। ਅੱਛਾ ਕੋਈ ਨਹੀਂ।
ਆਪਾਂ 44 ਦੇਖੋ ਕਬੂਤਰਬਾਜ਼ ਕਮਿਊਨਿਟੀ ਆ, ਵੀ ਇਸ ਤਰ੍ਹਾਂ ਲੈ ਕੇ ਉਡਾ ਰਹੇ ਨੇ ਕਬੂਤਰ। ਮਾਸੂਮ ਪਰਿੰਦਾ ਇਹ ਜਹਾਜ਼ ਦਾ ਕੀ ਕਰ ਸਕਦਾ, ਤੇ ਬੰਦੇ ਦੇ ਹੱਥ ਆਵੇ ਅੱਖਾਂ ਮੀਟ ਲੈਂਦਾ। ਹਾਂਜੀ ਗੱਲ ਥੋੜਾ ਜਿਹਾ ਘੁੱਟ ਕੇ ਪਰ ਉਹਦਾ ਪਰ ਟੁੱਟ ਜਾਂਦਾ। ਇਹ ਜਹਾਜ਼ ਨੂੰ ਨੁਕਸਾਨ ਬਚਾ ਕਹਿਣ ਵਾਲੇ ਨੂੰ, ਸੋਚਣ ਵਾਲੇ ਨੂੰ ਖੁਦਾ ਦਾ ਖੌਫ ਚਾਹੀਦਾ ਹੈ। ਵੇਖਲੀ ਦੀ ਵੀਡੀਓ ਇੰਨਾ ਹਾਂਜੀ ਮੈਂ ਦੇਖਿਆ ਇੰਨਾ ਸੌਫਟ ਪਰਿੰਦਾ ਜਹਾਜ਼ ਦੇ ਕੋਲ ਵੈਸੇ ਹੀ ਦੂਰ ਤੱਕ ਜਹਾਜ਼ ਨੂੰ ਵੇਖ ਕੇ ਦੂਰ ਜਾਂਦਾ। ਕੋਈ ਦੱਸੋ ਅੱਜ ਤੱਕ ਜਹਾਜ਼ ਦੇ ਵਿੱਚ ਕੋਈ ਪਰਿੰਦਾ ਕਬੂਤਰ ਵੱਜਾ ਹੋਵੇ? ਹਾਂ, ਚੀਲ ਜ਼ਰੂਰ ਵੱਜ ਸਕਦੀ ਹੈ ਕਿਉਂਕਿ ਹਾਰਡ ਹੁੰਦੀ ਹੈ। ਦੇਖੋ ਉਹਦਾ ਪਰ ਹਾਰਡ ਨੇ, ਹੱਡੀਆਂ ਹਾਰਡ। ਤਾਜ ਹੈ ਇਹ ਕਿਹੜਾ ਹਕੂਮਤ ਪਾਕਿਸਤਾਨ ਕੋਈ ਜਾਂ ਮੌਜੂਦਾ ਜਿਹੜੇ ਹੁਕਮਰਾਨ ਨੇ ਇਹਨਾਂ ਨੂੰ ਕਿਹੜਾ ਅਹਿਸਾਸ ਹੈ ਕਿ ਚੀਲ ਫੜ ਲਿਆਣਗੇ, ਚੀਲਾਂ ਨੂੰ ਮਾਰ ਦੇਣਗੇ? ਇੰਨੀਆਂ ਬੇਤਾਸ਼ਾ ਚੀਲਾਂ ਨੇ। ਪਹਿਲੇ ਪਤੰਗਬਾਜ਼ੀ ਤੇ ਪਾਬੰਦੀ ਹਾਂਜੀ, ਹੁਣ ਕਬੂਤਰਬਾਜ਼ੀ ਦੇ ਪਿੱਛੇ ਪੈ ਗਏ ਨੇ। ਇਹ ਆਸਤਾ ਆਸਤਾ ਸਾਹ ਵੀ ਬੰਦ ਕਰਾਉਣਗੇ ਕਿ ਤੇਰੇ ਸਾਹ ਤੋਂ ਜਿਹੜਾ ਨਾ ਉਹ ਜਰਾਸੀਮ ਫੈਲ ਰਹੇ ਨੇ, ਦੂਸਰੇ ਲੱਗ ਰਹੇ, ਆਪਣਾ ਸਾਹ ਵੀ ਬੰਦ ਕਰ। ਇੱਕ ਵਕਤ ਆਏਗਾ ਇਹ ਵੀ ਕਰਨਗੇ। ਅਸੀਂ ਅੱਜ ਕੋਲ ਅਸੀਂ ਰਲ ਮਿਲ ਕੇ ਬੈਠ ਜਾਈਦਾ, ਕਬੂਤਰਬਾਜ਼ ਭਰਾ ਪੈਂਦੇ ਆ, ਚਾਂਦ ਟਾਈਮ ਕੋਈ ਹੁੰਦਾ ਚਲੋ ਯਾਰ ਬੈਠ ਜਾਈਦਾ, ਆਪਣਾ ਟਾਈਮ ਪਾਸ ਕਰਨ ਲਈ ਬੈਠ ਜਾਈਦਾ। ਸਾਡਾ ਜੋਗ ਹੀ ਨਹੀਂ ਰਹੇਗਾ, ਅਸੀਂ ਕਿੱਥੇ ਜਾਣਾ ਉਸਤਾਦ ਜੀ? ਬਿਲਕੁਲ ਕਿਹੜੇ ਪਾਸੇ ਜਾਵਾਂਗੇ ਅਸੀਂ? ਗੱਲ ਸਾਡੇ ਹੁਕਮਰਾਨਾਂ ਦਾ ਕੋਈ ਇੱਕੋ ਹੀ ਹੱਲ ਹੈ, ਪਾਬੰਦੀ ਬੰਦ ਕਰ ਦਿਓ, ਬੰਦ ਕਰ ਆਪਣੀਆਂ ਯਾਸ਼ੀਆਂ ਵੀ ਤੇ ਬੰਦ ਕਰੋ ਯਾਰ। ਗੱਲ ਹੈਗੀ ਹੈ ਨਾ, ਤੁਸੀਂ ਦੇਖੋ ਉਸਤਾਦ ਜੀ ਇੰਡੀਆ ਦੇ ਵਿੱਚ ਹੋਇਆ ਸੀ ਕਬੂਤਰਬਾਜ਼ ਦੇ ਮਤਲਬ ਅਸਲਾ ਬਣਿਆ, ਉਹ ਵੀਡੀਓ ਆਈ ਇੱਕ ਦਿਨ ਦੇ ਵਿੱਚ ਉਹਨਾਂ ਨੇ ਖਲਵਾਇਆ, ਕਿਉਂਕਿ ਉਹਨਾਂ ਦੇ ਵਿੱਚ ਏਕਾ ਸੀ। ਸਾਡੇ ਵਿੱਚ ਏਕੇ ਵਾਲਾ ਨਾ ਹੀ ਕੋਈ ਨਹੀਂ ਹੈਗਾ, ਹਰ ਬੰਦਾ ਹੀ ਪਾਟੇ ਇੱਕ ਦੂਜੇ ਨੂੰ ਪਾਬੰਦੀ ਜਿਹੜੀ ਮਰਵਾਨ ਰਿਹਾ ਹੈ, ਹਰ ਬੰਦਾ ਕਬੂਤਰਬਾਜ਼ੀ ਤਬਾਹੀ ਦੇ ਧਾਨੇ ਤੇ ਖਲੋਤੀ ਹੈ। ਹਾਂਜੀ, ਕੋਈ ਅਸੀਂ ਇੱਕ ਦੂਸਰੇ ਦੀ ਲੈਗ ਪੁਲਿੰਗ ਕਰੀ ਜਾ ਰਹੇ ਹਾਂ, ਕੋਈ ਮੇਰੀ ਲੱਤ ਖਿੱਚੋ ਮੈਂ ਤੁਹਾਡੀ ਲੱਤ ਖਿੱਚੋ। ਮਲਕ ਸਾਹਿਬ ਸਭ ਤੋਂ ਜ਼ਿਆਦਾ ਗੰਦ ਫੈਲਾਇਆ ਹੈ ਜਿਹੜੇ ਯੂਟਿਊਬਰਾਂ ਨੇ, ਮੈਂ ਕਹਿੰਦਾ ਸਭ ਤੋਂ ਜ਼ਿਆਦਾ ਕਬੂਤਰਬਾਜ਼ੀ ਬਚਾਣੀ ਹੈ। ਮੈਂ ਉਸਤਾਦ ਬਿੱਲੇ ਨਾਲ ਡਿਸਕਸ ਕਰ ਰਿਹਾ, ਸਿਰਫ ਯੂਟਿਊਬਰਾਂ ਦੇ ਸਭ ਤੋਂ ਜ਼ਿਆਦਾ ਇਹਨਾਂ ਨੇ ਕੀਤਾ, ਨਹੀਂ ਤੇ ਕਿਸੇ ਨੂੰ ਪਤਾ ਹੀ ਨਹੀਂ ਸੀ ਸੀਨ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਦੇਖੋ ਜੀ, ਰਾਤੀ ਮੈਂ ਹੈਦਰ ਪਠਾਨ ਹੋਰਾਂ ਦੀ ਮੂਵੀ ਕਹਿਣ ਡਿਆ ਸਾਂ, ਉਹ 13 ਕਿਲੋਮੀਟਰ ਫਾਟਕ ਤੇ ਫਾਟਕ ਤੋਂ ਬਾਹਰ ਕੋਈ ਪਾਬੰਦੀ ਨਹੀਂ ਹੈ। ਵੇ ਕਿਹੜੀ ਕਬੂਤਰਬਾਜ਼ੀ ਤੁਸੀਂ ਦੱਸਦੇ ਪਏ ਸਾਨੂੰ? ਹਾਂਜੀ ਗੱਲ ਤੁਹਾਡੇ ਤੇ ਪਾਬੰਦੀ ਲਾਗੂ ਨਹੀਂ, ਸਦਰਾਂ ਵਾਲੇ ਤੇ ਪਾਬੰਦੀ ਹੈ। ਸਦਰਾਂ ਵਾਲੇ 13 ਕਿਲੋਮੀਟਰ, ਉਹ 13 ਕਿਲੋਮੀਟਰ ਰਾਤੀ ਤੇ ਜਾ ਬੰਦਾ ਇਹ ਜਿਹੜਾ ਫਾਟਕ ਹੈਗਾ ਨਾ, ਫਾਟਕ ਇਹ ਭਾਈਜਾਨ ਸਾਰਾ 2-2.5 ਕਿਲੋਮੀਟਰ ਬਣਦਾ ਹੈ। ਜਿਹੜਾ ਹੈਗਾ ਨਾ 2 ਤੋਂ 2.5 ਕਿਲੋਮੀਟਰ ਇਹ ਫਾਟਕ ਬਣਦਾ ਹੈ, 13 ਕਿਲੋਮੀਟਰ ਨਹੀਂ ਬੰਦਾ ਪੁੱਛੇ, ਤੁਸੀਂ ਗੱਲ ਸਮੇਟਣ ਦੀ ਬਜਾਏ ਤੁਸੀਂ ਨਕਸ਼ੇ ਪੇਸ਼ ਕਰ ਰਹੇ ਹੋ ਜੀ ਇਹ ਦੂਧ ਇੱਥੇ ਹੈਗੀ ਆ, ਦੂਧ ਇੱਥੇ। ਉਹ ਬੰਦਾ ਪੁੱਛੇ ਯਾਰ ਅਗਰ ਥੋੜਾ ਕੁਝ ਸ਼ੌਕ ਹੈਗਾ ਇਹਨੂੰ ਬਚਾਓ। ਤੁਸੀਂ ਹਦੂਦਾਂ ਵਹਾਣ ਦਿਓ ਲੋਕਾਂ ਨੂੰ ਟੀਵੀ ਦੇ ਕਿ ਚੈੱਕ ਕਰ ਲਓ ਜੀ, ਤੁਸੀਂ ਇਹ ਹਦੂਦ ਚੈੱਕ ਕਰ ਲਓ। ਨਹੀਂ ਜੀ ਨਹੀਂ, ਜਾਂ ਤਾਂ ਬਿਲਕੁਲ, ਜਾਂ ਤਾਂ ਤੁਹਾਨੂੰ ਕੋਈ ਇਸ਼ੂ ਹੈ ਤੇ ਤੁਸੀਂ ਇਸ਼ੂ ਬਾਕੀ ਬੰਦਿਆਂ ਨਾਲ ਕੱਢੋ। ਉਹਨਾਂ ਨੇ ਛੱਡ ਦੇਣੀ ਹੋਏਗੀ ਨਾ ਭਾਈ, ਉਹਨਾਂ ਨੇ ਛੱਡ ਦੇਣੀ ਹੋਏਗੀ ਜਿਹੜਾ ਉਹ ਇਹੋ ਜਿਹੀ ਐਡਾ ਡਿਸਕਸ ਕਰ ਰਹੇ ਨੇ। ਅਸੀਂ ਛੱਡਣੀ ਕੋਈ ਨਹੀਂ ਨਾ ਭਾਈ, ਗੱਲ ਸੁਣੋ, ਗੱਲ ਸਿੱਧੀ ਸਾਫ਼ ਹੈ ਯਾਰ। ਚਲੋ ਸਾਨੂੰ ਸਰਕਾਰੀ ਦਾਰੇ ਵੱਲੋਂ ਨੋਟਿਸ ਆਇਆ, ਜਾਲ ਲਾ ਦੇ। ਹਾਂਜੀ, ਅਸੀਂ ਲਾਤੇ, ਅਸੀਂ ਲਾਤੇ। ਹੁਣ ਮਕਸਦ ਹੈ ਕਹਿਣ ਡਿਆ ਨੋਟਿਸ ਉਦੋਂ ਸ਼ੋ ਹੁੰਦਾ ਕਿ ਜਦੋਂ ਯਾਰ ਇੱਕ ਕੋਲ ਨਹੀਂ ਆਏ, ਸਾਰਿਆਂ ਕੋਲ ਆਏ। ਉਹ ਬੰਦੇ ਕੋਲ ਨੋਟਿਸ ਹੀ ਨਹੀਂ ਕਿਸੇ ਬੰਦੇ ਨੇ ਦਿੱਤਾ, ਕਿਸੇ ਕਿਸਮ ਦਾ ਵੀ। ਹਾਂਜੀ ਗੱਲ ਫਿਰ ਤਾਂ ਬੰਦਾ ਐਕਸ਼ਨ ਵੇਖੋ ਵੇਖੀ ਜਾਲ ਅਸੀਂ ਇੱਕ ਦੂਜੇ ਨੂੰ ਨਹੀਂ ਜਾਲ ਇੱਕ ਉਤਰਿਆ, ਉਸ ਤੋਂ ਬਾਅਦ ਬੁਣ ਪੰਗਾ ਹੋ ਗਿਆ, ਸ਼ੁਰੂ ਹੋ ਗਿਆ ਸਾਰਿਆਂ ਦਾ। ਫਿਰ ਐਲਾਨ ਸ਼ੁਰੂ ਹੋ ਗਏ, ਨਹੀਂ ਕਰਦਾ ਪਿਆ ਐਲਾਨ ਹੋ ਗਿਆ। ਐਲਾਨ ਹੋ ਗਿਆ। ਇੱਕ ਮਿੰਟ, ਐਲਾਨ ਦੇ ਵਿੱਚ ਤੁਸੀਂ ਇਹ ਦੇਖੋ ਕਿਹੜਾ ਬੰਦਾ ਆਇਆ। ਹਾਂਜੀ ਹਾਂਜੀ, ਕਿਸੇ ਬੰਦੇ ਨੇ ਵੇਖਿਆ ਕਿਹੜਾ ਬੰਦਾ ਐਲਾਨ ਕਰਨ ਆਇਆ? ਨਹੀਂ, ਕੋਈ ਬੰਦਾ ਨਹੀਂ, ਕਿਸੇ ਨੂੰ ਨਹੀਂ ਪਤਾ ਕਿਹਨੇ ਐਲਾਨ ਕੀਤਾ। ਹੁਣ ਇੱਥੇ ਤੱਕ ਕਈ ਐਸੇ ਕਹਿ ਰਹੇ ਨੇ ਕਿ ਜੀ ਐਲਾਨ ਸਾਡੇ ਹੀ ਆਪਣੇ ਬੰਦਿਆਂ ਚੋਂ, ਆਪਣੇ ਬੰਦਿਆਂ ਨੇ ਕੀਤਾ, ਆਪਣੇ ਬੰਦਿਆਂ ਦੇ ਵਿੱਚੋਂ ਕਹਿੰਦੇ ਐਲਾਨ ਕਰਵਾਇਆ। ਐਲਾਨ ਕਿਸੇ ਬਾਹਰ ਦੇ ਬੰਦੇ ਨੇ ਆ ਕੇ ਨਹੀਂ ਕੀਤਾ। ਜੇ ਤੁਸੀਂ ਦੇਖੋ ਨਾ, ਅਗਰ ਜੇਕਰ ਇਸ ਤਰ੍ਹਾਂ ਕਰਨ ਲੱਗ ਪੈਣਗੇ ਤੇ ਫਿਰ ਕਬੂਤਰਬਾਜ਼ੀ ਖਰਾਬ ਹੋ ਜਾਏਗੀ ਸਾਡੀ। ਯਾਰ ਖੋਫ ਪੈਦਾ ਕਰਤਾ ਨਾ, ਖੋਫ ਪੈਦਾ ਕਰ, ਡਰ ਦੇ ਬਾਰੇ। ਹੁਣ ਦੇਖੋ ਅਸੀਂ ਕਰਦੇ ਹਾਂ ਕਬੂਤਰਬਾਜ਼ ਇਸ ਚੀਜ਼ ਤੇ ਕਿ ਅਸੀਂ ਦੇਸ਼ ਤੇ ਇਕੱਠੇ ਹੋਈਏ। ਹਾਂਜੀ, ਤੇ ਯਾਰ ਅਸੀਂ ਚੱਲੀਏ ਜਾ ਕੇ, ਅਸੀਂ ਫੇਰ ਉਹੀ ਕਰ ਹਾਂਜੀ, ਰਹੇ ਮਤਲਬ ਮੈਂ ਉਹੀ ਗੱਲ ਕਰ, ਇੰਡੀਆ ਦੇ ਵਿੱਚ ਹੋਇਆ ਇੱਕ ਦਿਨ ਚ ਅਗਲੇ ਨੇ ਖਲਵਾਈ ਹੈ, ਕਿਉਂਕਿ ਉਹਨਾਂ ਨੇ ਏਕਾ ਕੀਤਾ ਆਪਸ ਦੇ ਵਿੱਚ। ਸਾਡੇ 'ਚ ਏਕਾ ਹੀ ਨਹੀਂ ਹੈ, ਅਸੀਂ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਾਂ, ਅਸੀਂ ਆਪਸ ਵਿੱਚ ਰਲ ਕੇ ਚੱਲੀਏ, ਕੋਈ ਨਾ ਗੱਲ ਦਾ ਹੱਲ ਨਿਕਲਦਾ ਜ਼ਰੂਰ ਹੈਗਾ। ਭਾਈ ਕੋਈ ਗੱਲ ਹੋਏਗੀ ਤੇ ਹੱਲ ਨਿਕਲੇਗਾ। ਗੱਲ ਤੇ ਵੇਖੋ ਵੇਖੀ ਤੁਸੀਂ ਮੀਡੀਆ ਵਾਲੇ ਨੇ ਸਾਰੀ ਫਲਾਈ, ਗੱਲ ਤੇ ਹੈ ਹੀ ਕੋਈ ਨਹੀਂ। 16 ਨੇ ਗੱਲ ਸਹੀ ਹੈ, ਇਹ ਸਰਗੋਦਾ 에ਅਰ ਬੇਸ ਤੋਂ ਹੀ ਗੱਲ ਸ਼ੁਰੂ ਹੋਈ ਹੈ। ਅੱਜ ਉਸਤਾਦ ਮੁੱਲਾ ਨੇ ਲਾਹੌਰ ਦੀ ਸ਼ਾਨ ਨੇ, ਉਹਨਾਂ ਨੇ ਵੀ ਇਹੀ ਗੱਲ ਕੀਤੀ ਕਿ ਸਰਗੋਦਾ 에ਅਰ ਬੇਸ ਤੋਂ ਗੱਲ ਸ਼ੁਰੂ ਹੋਈ ਹੈ ਤੇ ਕਿੱਥੇ ਲਾਹੌਰ 에ਅਰ ਬੇਸ ਤੇ ਲੈ। ਯਾਰ ਵੇਖੋ ਉਸਤਾਦ ਹੋਰੀ ਕਹਿੰਦੇ ਯਾਰ ਸਾਡੇ 2 ਗਰੁੱਪ ਨੇ, ਕਿਸੇ ਗਰੁੱਪ 'ਚ ਅਸੀਂ ਦੱਸੋ ਕੋਈ ਪੋਸਟ ਜਾਂ ਵੀਡੀਓ ਚੜਾਈ, ਹਾਂਜੀ ਗੱਲ ਹੈਗੀ, ਸਾਬਤ ਕਰੋ। ਕੋਈ ਸ਼ੱਕ ਨਹੀਂ ਗਾ ਜੀ। ਉਹ ਕਹਿੰਦਾ ਯਾਰ ਅਸੀਂ ਸਿਰਫ ਆਪਣੀ ਬਣਾਇਆ ਗਰੁੱਪ, ਨਿਕਲ ਅਸੀਂ ਆਪਣੀਆਂ ਜੀਵਨਾਂ ਸੰਭਾਲ ਕਰ। ਸਹੀ ਹੈ, ਸੋਹਣੀ ਗੱਲ ਹੈ। ਦੇਖੋ ਚੇਅਰਮੈਨ ਪਾਰਟੀ ਹੈ, ਹਾਂਜੀ, ਉਹ ਸਾਰੀ ਸਾਡੀ ਖਾਤਰ ਹੀ ਲੜ ਰਹੀ ਹੈ, ਸਾਰੇ ਵੀਰ ਭਰਾਵਾਂ ਦੀ ਖਾਤਰ। ਹਾਂਜੀ ਗੱਲ ਹੈ। ਬੰਦੇ ਅਸੀਂ ਤੇ ਨਹੀਂ ਦਾਦਾ ਕਚਹਿਰੀਆਂ ਧੱਕੇ ਖਾ ਨਾ ਜੀ ਨਾ, ਸਾਰੀ ਦਿਹਾੜੀ ਮਜ਼ਦੂਰੀ ਕਰੀਏ, ਇਹਨਾਂ ਦੇ ਮਗਰ ਦੌੜੀਏ। ਚਲੋ ਗਰੁੱਪ ਦੇ ਵੱਡੇ ਨੇ, ਦੇਖੋ ਜੀ ਆ ਚਲੋ ਅਸੀਂ ਉਹਨਾਂ ਨੇ ਕਿਹਾ ਕਿ ਕੋਈ ਬੰਦੇ ਨੂੰ ਪੈਸਾ ਧੇਲਾ ਦੇਣ ਦੀ ਲਾਉਣ ਦੀ ਜ਼ਰੂਰਤ ਨਹੀਂ, ਅਸੀਂ ਤੁਹਾਡੇ ਤੇ ਬੈਠੇ। ਮੈਂ ਤਾਂ ਕਿਹਾ ਯਾਰ, ਤੇ ਇਸ ਤੋਂ ਵੱਡੀ ਕਿਹੜੀ ਚੀਜ਼ ਹੈ ਜੇਦੀ ਜੀ? ਹਾਂਜੀ ਦੇਖੋ ਵੱਡੇ ਲੋਕ ਸਾਡੇ ਵਾਸਤੇ ਇੰਨਾ ਕਰਦੇ ਪਏ, ਜਿਹੜੇ ਅਸੀਂ ਛੋਟੇ ਆ, ਅਸੀਂ ਲੱਤਾਂ ਤੇਰੀ ਵੀ ਖਿੱਚ ਲਾ, ਇਹਦੀ ਵੀ ਖਿੱਚ ਲਾ, ਸਾਨੂੰ ਤਾਂ ਚਾਹੀਦਾ ਨਾ ਕੋਈ ਜਾਣਾ ਚਾਹੀਦਾ
ਚਾਹੀਦਾ ਉਹਨਾਂ ਕੋਲ ਮਿਲ ਕੇ ਜਾ ਕੇ ਉਹਨਾਂ ਕਹੀਏ ਕਿ ਯਾਰ ਅਸੀਂ ਵੀ ਤੁਹਾਡੇ ਭਾਈ ਮਗਰ ਹੈਗੇ ਜੇ। ਸਾਡੇ ਇਲਾਕੇ ਦੇ ਵਿੱਚ ਰਾਣਾ ਸਾਹਿਬ ਨੇ ਨਾ ਹਾਂਜੀ। ਇਹ ਜਾ ਕੇ ਸਾਰੇ ਇਕੱਠਾ ਚ ਬਹਿੰਦੇ ਨੇ। ਹਾਂਜੀ ਕਹਿੰਦੇ ਨੇ ਸਾਨੂੰ ਚਾਹੀਦਾ ਉਹਦੇ ਕੋਲੋਂ ਰਹਿਨਮਾਈ ਲੈਣਾ ਰਾਣੇ ਜੀ ਹਾਂਜੀ ਕਿ ਯਾਰ ਕੀ ਰਾਣਾ ਸਾਹਿਬ ਅਪਡੇਟ ਹੈਗੀ ਉਹ ਦੇਣਗੇ ਨਾ ਯਾਰ ਬਹੁਤੀ ਗੱਲ ਕੱਲ ਦਾ ਪ੍ਰੋਗਰਾਮ ਬਣਾ ਕੇ ਟਾਈਮ ਨਹੀਂ ਹੈ ਠੀਕ ਹੈ ਜੋ ਅਸੀਂ ਜਿਹੜਾ ਇੱਕ ਦੂਸਰੇ ਨੂੰ ਵੇਖੋ ਵੇਖੀ ਐਵੇਂ ਕਰੀ ਜਾ ਰਹੇ ਕੱਲ ਦਾ ਟਾਈਮ ਮਲਾ ਜੀ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਸਭ ਤੋਂ ਵੱਡੀ ਗੱਲ ਅਗਰ ਪਾਬੰਦੀ ਲੱਗੀ ਸੀ ਨਹੀਂ ਵੀ ਲੱਗੀ ਸੀ, ਜਾਲਾਂ ਦਾ ਰੌਲਾ